ਸਤਿ ਸ਼੍ਰੀ ਅਕਾਲ। ਤੁਸੀਂ ਪੀਐਨਸੀਐਨ ਦੇਖ ਰਹੇ ਹੋ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਜੋ ਕੈਨੇਡਾ ਭਰ ਤੋਂ ਅਜਿਹੇ ਕਈ ਮਾਮਲੇ ਆਮ ਹੀ ਸਾਹਮਣੇ ਆਉਂਦੇ ਰਹਿੰਦੇ ਨੇ, ਜਦੋਂ ਕਈ ਕਮਰਸ਼ੀਅਲ ਵਾਹਨ ਜ਼ਿਆਦਾ ਉੱਚੇ ਹੋਣ ਕਰਕੇ ਪੁਲਾਂ ਦੇ ਨਾਲ ਟਕਰਾ ਜਾਂਦੇ ਨੇ ਤੇ ਭਾਰੀ ਨੁਕਸਾਨ ਹੋ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਦੇ ਵਿੱਚ ਵੀ ਸਾਲ 2022 ਤੋਂ ਲੈ ਕੇ ਇਸ ਸਾਲ ਦੇ ਜੂਨ ਮਹੀਨੇ ਦੇ ਮੱਧ ਤੱਕ 19 ਅਜਿਹੇ ਹਾਦਸੇ ਵਾਪਰ ਚੁੱਕੇ ਨੇ, ਜਦੋਂ ਹਾਈਵੇ ਓਵਰਪਾਸ ਦੇ ਨਾਲ ਟਰੱਕ ਟਕਰਾਏ ਤੇ ਗੰਭੀਰ ਹਾਦਸੇ ਵਾਪਰੇ। ਲੰਘੇ ਜੁਲਾਈ 18 ਨੂੰ ਵੀ ਅਜਿਹਾ ਹੀ ਹੋਇਆ, ਜਿਸ ਦੇ ਉੱਤੇ ਹੁਣ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਤੇ ਇਨਫਰਾਸਟ੍ਰਕਚਰ ਦੇ ਵੱਲੋਂ ਬਿਆਨ ਦਿੱਤਾ ਗਿਆ, ਜਿਨ੍ਹਾਂ ਨੇ ਕਿਹਾ ਹੈ ਕਿ ਜਲਦ ਹੀ ਸਖਤੀ ਕੀਤੀ ਜਾ ਸਕਦੀ ਹੈ, ਜਿਸ ਦੇ ਵਿੱਚ ਕਾਫੀ ਜ਼ਿਆਦਾ ਮੋਟੇ ਜੁਰਮਾਨੇ ਕੀਤੇ ਜਾ ਸਕਦੇ ਨੇ ਤੇ ਨਾਲ ਹੀ ਲੰਮੇ ਸਮੇਂ ਦੇ ਵਾਸਤੇ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ ਤੇ ਜੋ ਡਰਾਈਵਰ ਨੇ ਸਿਖਲਾਈ ਲਈ ਹੋਵੇਗੀ ਜਦੋਂ ਵੀ ਟਰੱਕ ਚਲਾਉਣ ਦੀ, ਉਸ ਨੂੰ ਰਿਵਿਊ ਦੇ ਵਿੱਚ ਪਾਇਆ ਜਾ ਸਕਦਾ ਹੈ। ਦਰਅਸਲ ਹੁਣ ਤੱਕ ਜੋ ਕਈ ਅਜਿਹੇ ਮਾਮਲੇ ਵਾਪਰ ਚੁੱਕੇ ਨੇ ਤਾਂ ਇਸ ਦੇ ਨਾਲ ਲੰਮੇ ਸਮੇਂ ਦੇ ਲਈ ਟ੍ਰੈਫਿਕ ਤਾਂ ਪ੍ਰਭਾਵਿਤ ਹੁੰਦੀ ਹੀ ਹੈ, ਸਗੋਂ ਵਿੱਤੀ ਪੱਧਰ ਦੇ ਉੱਤੇ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ, ਜਿਸ ਕਰਕੇ ਆਮ ਲੋਕਾਂ ਨੂੰ ਵੀ ਲੰਮੇ ਸਮੇਂ ਵਾਸਤੇ ਪਰੇਸ਼ਾਨੀ ਦੇ ਵਿੱਚੋਂ ਲੰਘਣਾ ਪੈਂਦਾ ਹੈ, ਕਿਉਂਕਿ ਹਾਈਵੇ ਜਿਸ ਉੱਤੇ ਉਹ ਟਰੱਕ ਜਾ ਰਿਹਾ ਹੁੰਦਾ ਹੈ ਉਸ ਦਾ ਤਾਂ ਨੁਕਸਾਨ ਹੁੰਦਾ ਹੀ ਹੈ, ਸਗੋਂ ਜੋ ਉਸ ਪੁਲ ਦੀ ਵਰਤੋਂ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਉਸ ਦੇ ਟੁੱਟਣ ਤੋਂ ਬਾਅਦ ਲੰਮੇ ਸਮੇਂ ਵਾਸਤੇ ਜਦੋਂ ਤੱਕ ਪੂਰੀ ਤਰ੍ਹਾਂ ਮੁਰੰਮਤ ਨਹੀਂ ਹੋ ਜਾਂਦੀ, ਖਾਸ ਤੌਰ ਦੇ ਉੱਤੇ ਜਿਨ੍ਹਾਂ ਪੁਲਾਂ ਦਾ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ, ਉਦੋਂ ਤੱਕ ਟ੍ਰੈਫਿਕ ਬੰਦ ਰਹਿੰਦੀ ਹੈ, ਜਿਸ ਕਰਕੇ ਕਾਫੀ ਨੁਕਸਾਨ ਹੋ ਜਾਂਦਾ ਹੈ। ਤੇ ਇਸੇ ਨੂੰ ਰੋਕਣ ਦੇ ਵਾਸਤੇ ਕਿ ਜੋ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆ ਰਹੇ ਨੇ, ਲਾਪਰਵਾਹੀ ਡਰਾਈਵਰਸ ਦੇ ਵੱਲੋਂ ਨਾ ਵਰਤੀ ਜਾਵੇ, ਜਿਸ ਦੇ ਲਈ ਮੋਟੇ ਜੁਰਮਾਨੇ ਤੇ ਹੋਰ ਸਖਤੀ ਕੀਤੇ ਜਾਣ ਦਾ ਇਹ ਐਲਾਨ ਕੀਤਾ ਗਿਆ ਹੈ। ਹੁਣ ਅਗਲੀ ਖਬਰ ਦੇ ਵੱਲ ਕਰਾਂਗੇ। ਇੱਕ ਜਣੇ ਦੀ ਮ੍ਰਿਤਕ ਦੇਹ ਪੁਲਿਸ ਨੂੰ ਮਿਲ ਗਈ ਹੈ, ਜੋ ਨੋਵਾ ਸਕੋਸ਼ੀਆ ਵਿੱਚ ਹੜ੍ਹ ਕਰਕੇ 4 ਜਣੇ ਰੁੜ ਗਏ ਸਨ, ਜਿਨ੍ਹਾਂ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਗਈ ਤੇ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਵਿੰਡਸਰ ਦੇ ਰਹਿਣ ਵਾਲੇ 52 ਸਾਲ ਦੇ ਪੁਰਸ਼ ਦੀ ਦੇਹ ਪੁਲਿਸ ਨੂੰ ਮਿਲੀ ਹੈ। ਨੋਵਾ ਸਕੋਸ਼ੀਆ ਵਿੱਚ ਪਾਣੀ ਦੇ ਤੇਜ਼ ਵਹਾਅ ਦੇ ਕਰਕੇ ਲਾਪਤਾ ਹੋਏ 4 ਜਣਿਆਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਸੀ, ਜਿਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਨੇ। ਪੁਲਿਸ ਨੇ ਕਿਹਾ ਕਿ ਲਗਾਤਾਰ ਕਈ ਜਣੇ ਲਾਪਤਾ ਹੋਇਆਂ ਦੀ ਭਾਲ ਕਰਨ ਵਿੱਚ ਲੱਗੇ ਹੋਏ ਨੇ। ਸ਼ਨੀਵਾਰ ਨੂੰ ਜਿਨ੍ਹਾਂ ਦੇ ਲਾਪਤਾ ਹੋਣ ਦੇ ਬਾਰੇ ਰਿਪੋਰਟ ਕੀਤਾ ਗਿਆ ਸੀ। ਵੈਸਟ ਹੈਡਸ ਦੇ ਵਿੱਚ ਵਾਪਰੇ ਵੱਖੋ-ਵੱਖ ਹਾਦਸਿਆਂ ਦੇ ਵਿੱਚ ਇਹ ਲਾਪਤਾ ਹੋਏ ਨੇ। ਹੈਲੀਫੈਕਸ ਦੇ ਉੱਤਰ ਪੱਛਮ 'ਚ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ 2 ਬੱਚੇ ਜੋ ਲਾਪਤਾ ਹੋਏ, ਉਹਨਾਂ ਦੇ ਨਾਲ 3 ਜਣੇ ਹੋਰ ਸਨ, ਜੋ ਪਾਣੀ ਦੇ ਵਿੱਚ ਰੁੜ ਰਹੀ ਕਾਰ ਦੇ ਵਿੱਚੋਂ ਸਮੇਂ ਸਿਰ ਬਾਹਰ ਨਿਕਲਣ 'ਚ ਕਾਮਯਾਬ ਰਹੇ। ਇਸੇ ਤਰ੍ਹਾਂ ਇੱਕ ਹੋਰ ਥਾਂ ਦੇ ਉੱਤੇ ਕਾਰ ਵਿੱਚ 4 ਜਣੇ ਸੀ, ਜਿਸ ਵਿੱਚੋਂ 2 ਜਣੇ ਤਾਂ ਸਮਾਂ ਰਹਿੰਦਿਆਂ ਬਾਹਰ ਆ ਗਏ, ਪਰ ਇੱਕ ਲੜਕਾ ਤੇ ਇੱਕ ਪੁਰਸ਼ ਕਾਰ ਦੇ ਵਿੱਚ ਹੀ ਰਹਿ ਗਏ। ਐਤਵਾਰ ਨੂੰ ਵੀ ਸੂਬੇ ਭਰ ਵਿੱਚ ਹੜ੍ਹ ਕਰਕੇ ਕਈ ਚੇਤਾਵਨੀਆਂ ਲਾਗੂ ਰਹੀਆਂ ਤੇ ਕਈ ਸਰਵਿਸਿਜ਼ ਬੰਦ ਵੀ ਰਹੀਆਂ ਤੇ ਹੁਣ ਸੋਮਵਾਰ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਪੁਰਸ਼ ਦੀ ਦੇਹ ਪੁਲਿਸ ਨੂੰ ਮਿਲੀ ਹੈ ਤੇ ਹੋਰ ਲੋਕਾਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਜੋ ਲਾਪਤਾ ਨੇ। ਇਸ ਤਰ੍ਹਾਂ ਲਈ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਅੱਗੇ ਹੈ ਕਿ ਨਨਾਈਮੋ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਾਰੇ ਵੀਡੀਓ ਵੀ ਪੁਲਿਸ ਨੇ ਸਾਂਝੀ ਕੀਤੀ ਹੈ। ਦਰਅਸਲ ਨਨਾਈਮੋ ਦੇ ਵਿੱਚ ਵਾਲਮਾਰਟ ਦੇ ਵਿੱਚੋਂ ਪਿਛਲੇ ਮਹੀਨੇ ਇੱਕ ਪੁਰਸ਼ ਤੇ ਇੱਕ ਔਰਤ ਨੇ ਇੱਕ ਟੀਵੀ ਚੋਰੀ ਕਰ ਲਿਆ। ਟੀਵੀ ਨੂੰ ਚੋਰੀ ਕਰਕੇ ਉਹਨਾਂ ਦੇ ਕੋਲ ਕੋਈ ਪਲਾਨ ਨਹੀਂ ਸੀ ਕਿ ਆਖਿਰ ਉਸ ਟੀਵੀ ਨੂੰ ਲੈ ਕੇ ਕਿਵੇਂ ਜਾਣਾ ਹੈ। ਜਿਸ ਗੱਡੀ ਵਿੱਚ ਉਹ ਆਏ ਸੀ, ਉਸ ਗੱਡੀ ਦੀ ਛੱਤ ਦੇ ਉੱਤੇ ਉਹਨਾਂ ਨੇ ਟੀਵੀ ਰੱਖ ਲਿਆ ਤੇ ਖਿੜਕੀਆਂ ਦੇ ਵਿੱਚੋਂ ਬਾਹਾਂ ਬਾਹਰ ਕੱਢ ਕੇ ਟੀਵੀ ਨੂੰ ਫੜ ਲਿਆ ਤੇ ਉਹ ਉੱਥੇ ਤੋਂ ਫਰਾਰ ਹੋ ਗਏ। ਤੇ ਇਸ ਦੀ ਵੀਡੀਓ ਹੁਣ ਨਨਾਈਮੋ ਤੋਂ ਪੁਲਿਸ ਨੇ ਸਾਂਝੀ ਕੀਤੀ ਹੈ, ਜਿਸ ਦੇ ਬਾਰੇ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਪੁਲਿਸ ਨੇ ਕਿਹਾ ਕਿ 75 ਇੰਚ ਦਾ ਟੀਵੀ ਸੀ, ਜੋ ਕਿ ਵਾਲਮਾਰਟ ਦੇ ਵਿੱਚੋਂ ਜੋ ਵੁੱਡਗਰੋਵ ਸੈਂਟਰ ਦੇ ਵਿੱਚ ਹੈ, ਜੂਨ 8 ਨੂੰ ਚੋਰੀ ਕੀਤਾ ਗਿਆ, ਜਿਸ ਨੂੰ ਕਿ ਕਾਰ ਦੇ ਉੱਤੇ ਕੁਝ ਇਸ ਤਰ੍ਹਾਂ ਰੱਖਿਆ ਗਿਆ ਜੋ ਕਾਫੀ ਜ਼ਿਆਦਾ ਦੂਜਿਆਂ ਨੂੰ ਵੀ ਖਤਰੇ ਵਿੱਚ ਪਾ ਸਕਦਾ ਸੀ। ਪਰ ਮੌਕੇ ਤੋਂ 2 ਜਣੇ ਟੀਵੀ ਨੂੰ ਕੁਝ ਇਸ ਤਰ੍ਹਾਂ ਲੈ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਕਰੀਬ 3 ਘੰਟੇ ਬਾਅਦ ਸੈਂਟਰਲ ਨਨਾਈਮੋ ਦੇ ਵਿੱਚ ਇੱਕ ਗੈਸ ਸਟੇਸ਼ਨ ਦੇ ਉੱਤੇ 2 ਜਣਿਆਂ ਨੂੰ ਪੁਲਿਸ ਨੇ ਫੜ ਲਿਆ, ਜੋ ਕਿ ਉਸ ਗੱਡੀ ਦੇ ਵਿੱਚ ਮੌਜੂਦ ਸਨ, ਪਰ ਉਹਨਾਂ ਦੇ ਕੋਲ ਉਸ ਸਮੇਂ ਟੀਵੀ ਨਹੀਂ ਸੀ ਜੋ ਚੋਰੀ ਕੀਤਾ ਗਿਆ। ਪਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਜਦੋਂ ਗੱਡੀ ਦੀ ਜਾਂਚ ਕੀਤੀ ਗਈ ਤਾਂ ਗੱਡੀ ਦੀ ਡਿੱਗੀ ਵਿੱਚ ਟੀਵੀ ਦਾ ਕੁਝ ਸਮਾਨ ਜ਼ਰੂਰ ਮਿਲਿਆ ਜੋ ਉਸ ਦੇ ਨਾਲ ਸੀ, ਜਿਸ ਤੋਂ ਬਾਅਦ ਟੀਵੀ ਤਾਂ ਹਜੇ ਵੀ ਲੱਭਿਆ ਜਾ ਰਿਹਾ ਹੈ। ਪਰ ਜੋ ਪੁਰਸ਼ ਤੇ ਔਰਤ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, 48 ਸਾਲ ਦਾ ਪੁਰਸ਼ ਹੈ ਤੇ 43 ਸਾਲ ਦੀ ਔਰਤ ਹੈ, ਦੋਵੇਂ ਨਨਾਈਮੋ ਦੇ ਹੀ ਰਹਿਣ ਵਾਲੇ ਨੇ। $5000 ਤੋਂ ਘੱਟ ਦੇ ਚੋਰੀ ਕਰਨ ਦੇ ਇਲਜ਼ਾਮ ਦੋਵਾਂ ਦੇ ਉੱਤੇ ਲੱਗੇ ਨੇ। ਦੋਵਾਂ ਨੂੰ ਸਤੰਬਰ 6 ਦੇ ਦਿਨ ਨਨਾਈਮੋ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਹੀ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਨੇ ਕਿਹਾ ਕਿ ਟੀਵੀ ਤਾਂ ਹਜੇ ਵੀ ਨਹੀਂ ਮਿਲਿਆ।
ਹੁਣ ਰੁਖ ਅਗਲੀ ਖਬਰ ਦੇ ਵੱਲ ਕਰਾਂਗੇ। ਡੈਲਟਾ ਪੁਲਿਸ ਨੇ ਕਿਹਾ ਕਿ 25 ਸਾਲ ਦੇ ਜਸਦੀਪ ਸਿੰਘ ਸੰਧੂ ਨਾਮਕ ਨੌਜਵਾਨ ਦੇ ਉੱਤੇ ਖਤਰਨਾਕ ਤਰੀਕੇ ਨਾਲ ਮਸ਼ੀਨ ਨੂੰ ਵਰਤਣ ਜਿਸ ਕਰਕੇ ਇੱਕ ਜਣੇ ਦੀ ਮੌਤ ਹੋਈ ਦੇ ਇਲਜ਼ਾਮ ਲੱਗੇ ਨੇ ਤੇ ਕੇਸ ਦਰਜ ਕਰ ਦਿੱਤਾ ਗਿਆ ਹੈ। ਦਰਅਸਲ ਅਕਤੂਬਰ 1 2021 ਦੀ ਰਾਤ ਨੂੰ 9:45 ਦਾ ਸਮਾਂ ਸੀ ਜਦੋਂ 77 ਸਾਲਾ ਜਵਾਨ ਸ਼ੈਰੀ ਨਾਮਕ ਔਰਤ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਦੀ ਗੱਡੀ ਹਨੇਰੇ ਵਿੱਚ ਸੜਕ ਦੇ ਉੱਤੇ ਮੌਜੂਦ ਕੰਬਾਈਨ ਦੇ ਨਾਲ ਟਕਰਾ ਗਈ। BC ਫਰੋਜ਼ਨ ਫੂਡਸ ਦੀ ਕੰਬਾਈਨ ਸੀ ਉਹ ਹਾਈਵੇ 17A ਤੇ ਲੈਡਨ ਟਰੰਕ ਰੋਡ ਦੇ ਉੱਤੇ ਜਿਸ ਨੂੰ ਜਸਦੀਪ ਸਿੰਘ ਸੰਧੂ ਨਾਮਕ ਨੌਜਵਾਨ ਆਪਰੇਟ ਕਰ ਰਿਹਾ ਸੀ। ਇਲਜ਼ਾਮ ਨੇ ਕਿ ਜਸਦੀਪ ਦੀ ਲਾਪਰਵਾਹੀ ਦੇ ਕਰਕੇ ਇਹ ਜਾਨਲੇਵਾ ਹਾਦਸਾ ਵਾਪਰਿਆ ਕਿਉਂਕਿ ਉੱਥੇ ਸੜਕ ਦੇ ਉੱਤੇ ਕੰਬਾਈਨ ਨਹੀਂ ਸੀ ਹੋਣੀ ਚਾਹੀਦੀ ਜਿਸ ਕਰਕੇ ਕੰਬਾਈਨ ਨੂੰ ਚਲਾਉਣ ਵਾਲੇ ਦੇ ਉੱਤੇ ਸੂਬੇ ਦੇ 2 ਕਾਨੂੰਨ ਤੋੜਨ ਸੰਬੰਧੀ ਇਲਜ਼ਾਮ ਲੱਗੇ। ਪੁਲਿਸ ਨੇ ਕਿਹਾ ਕਿ ਜਦੋਂ ਜਾਂਚ ਪੂਰੀ ਹੋ ਗਈ ਤਾਂ ਕ੍ਰਿਮੀਨਲ ਕੇਸ ਨਹੀਂ ਦਰਜ ਕੀਤਾ ਜਾ ਸਕਦਾ ਇਹ ਪਾਇਆ ਗਿਆ ਤੇ ਨਾ ਹੀ ਅਜਿਹਾ ਕਰਨ ਦੀ ਸਲਾਹ ਦਿੱਤੀ ਗਈ ਹੈ। ਕੰਬਾਈਨ ਦੇ ਉੱਤੇ ਓਵਰਸਾਈਜ਼ ਵਾਹਨ ਦਾ ਸਾਈਨ ਵੀ ਨਹੀਂ ਸੀ ਲੱਗਿਆ ਹੋਇਆ, ਪਿੱਛੇ ਵਾਲੀਆਂ ਲਾਈਟਾਂ ਵੀ ਨਹੀਂ ਸੀ ਚੱਲ ਰਹੀਆਂ, ਵਾਹਨ ਦੇ ਉੱਤੇ ਕਾਨੂੰਨ ਮੁਤਾਬਕ ਜ਼ਰੂਰੀ ਸਮਾਨ ਨਾ ਹੋਣਾ ਇਹ ਇਲਜ਼ਾਮ ਵੀ ਲੱਗੇ ਨੇ ਤੇ ਜੁਰਮਾਨਾ ਵੀ ਹੋਇਆ। ਜਸਦੀਪ ਸਿੰਘ ਸੰਧੂ ਦੀ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ ਅਗਸਤ 8 ਦੇ ਦਿਨ ਪੇਸ਼ੀ ਹੋਣੀ ਹੈ। ਤਾਂ ਉਧਰ ਇੰਗਲੈਂਡ ਵਿੱਚ ਜਿਸ ਕੈਨੇਡੀਅਨ ਦੀ ਗ੍ਰਿਫਤਾਰੀ ਹੋਈ ਸੀ ਅੱਤਵਾਦੀ ਸੰਸਥਾ ਦੇ ਨਾਲ ਸਬੰਧ ਦੇ ਇਲਜ਼ਾਮ ਲੱਗੇ ਉਹ ਵਿਅਕਤੀ ਐਡਮੰਟਨ ਦਾ ਰਹਿਣ ਵਾਲਾ ਹੈ ਜੋ ਕੈਨੇਡਾ ਦਾ ਸਿਟੀਜ਼ਨ ਹੈ। 28 ਸਾਲਾ ਖਾਲਿਦ ਹੁਸੈਨ ਦੇ ਉੱਤੇ ਟੈਰਰਿਜ਼ਮ ਐਕਟ ਤਹਿਤ ਕੇਸ ਦਰਜ ਹੋ ਗਏ ਨੇ ਜਿਸ ਦੇ ਉੱਤੇ ਅੱਤਵਾਦ ਦੇ ਨਾਲ ਜੁੜੀ ਸੰਸਥਾ ਦਾ ਮੈਂਬਰ ਹੋਣ ਦੇ ਇਲਜ਼ਾਮ ਲੱਗੇ ਨੇ ਜਿਸ ਨੂੰ ਇੰਗਲੈਂਡ ਵਿੱਚ ਸੋਮਵਾਰ ਨੂੰ ਲੰਡਨ ਕੋਰਟ ਵਿੱਚ ਪੇਸ਼ ਵੀ ਕੀਤਾ ਗਿਆ ਜਿਸ ਨੂੰ ਕਿ ਪਿਛਲੇ ਹਫ਼ਤੇ ਹੀਥਰੋ 에ਅਰਪੋਰਟ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਦੇ ਬਾਰੇ ਜਾਣਕਾਰੀ ਅਸੀਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਸ ਦੀ ਕਿ ਪਛਾਣ ਨੂੰ ਹੁਣ ਜਨਤਕ ਕੀਤਾ ਗਿਆ ਤੇ ਉਸ ਦੇ ਨਾਲ ਹੀ ਇੰਗਲੈਂਡ ਦੇ ਵਿੱਚ ਰਹਿੰਦੇ 56 ਸਾਲ ਦੇ ਅੰਜ਼ੇਮ ਚੌਧਰੀ ਨਾਮਕ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਦੇ ਉੱਤੇ ਵੀ ਕੇਸ ਦਰਜ ਹੋਏ ਨੇ ਜਿਸ ਦੇ ਉੱਤੇ ਅੱਤਵਾਦੀ ਸੰਗਠਨ ਨੂੰ ਨਿਰਦੇਸ਼ ਦੇਣ ਦੇ ਇਲਜ਼ਾਮ ਲੱਗੇ ਨੇ। ਜੂਨ 2022 ਤੋਂ ਬੈਠਕਾਂ ਕਰਵਾ ਰਿਹਾ ਸੀ ਜੋ ਹੋਰ ਲੋਕਾਂ ਨੂੰ ਵੀ ਨਾਲ ਜੋੜ ਰਿਹਾ ਹੈ ਇਹ ਵੀ ਇਲਜ਼ਾਮ ਲੱਗੇ ਨੇ ਤੇ ਐਡਮੰਟਨ ਵਾਸੀ ਜਿਸ ਨੂੰ ਇੰਗਲੈਂਡ ਵਿੱਚ 에ਅਰਪੋਰਟ ਦੇ ਉੱਤੇ ਗ੍ਰਿਫਤਾਰ ਕੀਤਾ ਗਿਆ ਖਾਲਿਦ ਉਹ ਚੌਧਰੀ ਨਾਲ ਆਨਲਾਈਨ ਕੰਮ ਕਰ ਰਿਹਾ ਸੀ ਇਹ ਦਾਅਵਾ ਕੀਤਾ ਗਿਆ। ਸੰਗਠਨ ਅਲ ਮੁਹਾਜ਼ਰੂਨ ਵਾਸਤੇ UK ਵਿੱਚ ਅਧਿਕਾਰੀਆਂ ਨੇ ਇਹ ਦਾਅਵਾ ਕੀਤਾ ਹੈ ਜਿਸ ਦੇ ਬਾਰੇ ਕੈਨੇਡਾ ਵਿੱਚ ਪੁਲਿਸ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਵੀ ਕੀਤੀ ਹੈ। ਦੋਵਾਂ ਨੂੰ ਹੁਣ ਅਗਲੀ ਪੇਸ਼ੀ ਤੱਕ ਰਿਮਾਂਡ ਵਿੱਚ ਰੱਖਣ ਦੇ ਜੱਜ ਨੇ ਹੁਕਮ ਦਿੱਤੇ ਨੇ। ਅਗਲੀ ਪੇਸ਼ੀ ਅਗਸਤ 4 ਨੂੰ ਹੋਣੀ ਹੈ ਅਦਾਲਤ ਵਿੱਚ ਦੋਵਾਂ ਦੀ। ਅਗਲੀ ਖਬਰ ਕਿਊਬੈਕ ਵਿੱਚ ਹੈ ਜਿੱਥੇ ਕਿ ਇੱਕ ਦਰਦਨਾਕ ਮਾਮਲਾ ਵਾਪਰਿਆ ਜਿੱਥੇ ਇੱਕ ਛੋਟਾ ਬੱਚਾ ਕੈਂਪਿੰਗ ਸਾਈਟ ਦੇ ਉੱਤੇ ਵਾਹਨ ਦੇ ਨਾਲ ਟਕਰਾ ਗਿਆ ਤੇ ਬੱਚੇ ਨੇ ਦਮ ਤੋੜ ਦਿੱਤਾ। ਕਿਊਬੈਕ ਸਿਟੀ ਦੇ ਉੱਤਰੀ ਖੇਤਰ ਵਿੱਚ ਅਜਿਹਾ ਵਾਪਰਿਆ ਜਿੱਥੇ ਪੁਲਿਸ ਨੇ ਕਿਹਾ ਕਿ ਬੱਚੇ ਦੀ ਉਮਰ 2 ਸਾਲ ਤੋਂ ਵੀ ਘੱਟ ਸੀ ਤੇ ਜੋ ਐਤਵਾਰ ਸਵੇਰੇ 11 ਵਜੇ ਦੇ ਕਰੀਬ ਸੇਂਟ ਨਾਜ਼ੇਰ ਵਿੱਚ ਕੈਂਪਸਾਈਟ ਦੇ ਉੱਤੇ ਸੜਕ ਕਿਨਾਰੇ ਖੇਡ ਰਿਹਾ ਸੀ ਜਦੋਂ ਇੱਕ ਵਾਹਨ ਦੇ ਨਾਲ ਉਸ ਦੀ ਟੱਕਰ ਹੋ ਗਈ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਉਸਨੇ ਦਮ ਤੋੜ ਦਿੱਤਾ। ਪੁਲਿਸ ਮੁਤਾਬਕ ਡਰਾਈਵਰ ਨੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ ਜਾਪਦਾ ਜਿਸ ਕਰਕੇ ਇਹ ਕ੍ਰਿਮੀਨਲ ਮਾਮਲਾ ਨਹੀਂ ਬਣਦਾ ਜਿਸ ਦੇ ਬਾਰੇ ਹੋਰ ਜਾਂਚ ਵੀ ਕੀਤੀ ਜਾ ਰਹੀ ਹੈ। ਦਰਅਸਲ ਉਸ ਵਾਹਨ ਨੂੰ ਇੱਕ ਔਰਤ ਚਲਾ ਰਹੀ ਸੀ ਜਿਸ ਦੇ ਉੱਤੇ ਮਾਨਸਿਕ ਤੌਰ ਤੇ ਇਸ ਹਾਦਸੇ ਦਾ ਕਾਫੀ ਬੁਰਾ ਪ੍ਰਭਾਵ ਪਿਆ ਹੈ ਜਿਸ ਨੂੰ ਕਿ ਮਾਨਸਿਕ ਤੌਰ ਤੇ ਇਲਾਜ ਵੀ ਦਿੱਤਾ ਜਾ ਰਿਹਾ ਹੈ। ਹੁਣ ਰੁਕ ਕਰਾਂਗੇ ਇੱਕ ਖਾਸ ਰਿਪੋਰਟ ਵੱਲ। ਪਹਿਲਾਂ ਕੈਸ਼ ਤੇ ਫਿਰ ਕਾਰਡ ਆਏ। ਸ਼ਾਪਿੰਗ ਦੇ ਲਈ ਸਿਰਫ ਇੱਕ ਕਾਰਡ ਨਾਲ ਰੱਖਣਾ ਤੇ ਸਾਰੀ ਖਰੀਦਦਾਰੀ ਕਰ ਲੈਣੀ ਤੇ ਫਿਰ ਫੋਨ ਨਾਲ ਹੀ ਇਹ ਹੋਣ ਲੱਗਿਆ। ਬਸ ਫੋਨ ਕੋਲ ਰੱਖਣ ਦੀ ਲੋੜ ਤੇ ਸਾਰੀ ਖਰੀਦਦਾਰੀ ਹੋ ਜਾਂਦੀ ਹੈ ਤੇ ਹੁਣ ਨਵੀਂ ਤਕਨੀਕ ਆ ਚੁੱਕੀ ਹੈ ਜਿਸ ਦੇ ਨਾਲ ਕਾਰਡ ਜਾਂ ਫੋਨ ਦੀ ਵੀ ਲੋੜ ਨਹੀਂ ਪਵੇਗੀ। ਬਸ ਹੱਥ ਸਕੈਨ ਕਰਨ ਦੇ ਨਾਲ ਹੀ ਪੇਮੈਂਟ ਲੈ ਲਈ ਜਾਵੇਗੀ। Amazon ਆਪਣੇ ਗ੍ਰਾਹਕਾਂ ਦੇ ਲਈ ਸਾਰੇ ਹੋਲ ਫੂਡਸ ਸਟੋਰਸ ਦੇ ਉੱਤੇ ਸਿਰਫ ਹੱਥ ਸਕੈਨ ਕਰਨ ਨਾਲ ਪੇਮੈਂਟ ਕਰਨ ਦੀ ਆਪਸ਼ਨ ਲਿਆ ਰਿਹਾ ਹੈ ਜੋ ਕਿ ਪਹਿਲਾਂ ਕਈ ਸਟੋਰਸ ਦੇ ਵਿੱਚ ਅਜਿਹਾ ਕੀਤਾ ਵੀ ਜਾ ਰਿਹਾ ਹੈ। ਲੰਘੇ ਵੀਰਵਾਰ ਨੂੰ ਕੰਪਨੀ ਨੇ ਇਹ ਐਲਾਨ ਕੀਤਾ ਕਿ ਉਹ Amazon One Palm ਰਿਕਗਨੀਸ਼ਨ ਸਿਸਟਮ ਲਿਆ ਰਹੇ ਨੇ ਜੋ ਉਹ ਆਪਣੇ 500 ਤੋਂ ਵੱਧ ਸਟੋਰਸ ਦੇ ਉੱਤੇ ਲਿਆ ਰਹੇ ਨੇ ਇਸ ਸਾਲ ਦੇ ਅੰਤ ਤੱਕ। 2020 ਵਿੱਚ ਇਸ ਤਕਨੀਕ ਨੂੰ ਪੇਸ਼ ਕੀਤਾ ਗਿਆ ਤੇ ਹੁਣ 200 ਤੋਂ ਵੱਧ ਸਟੋਰਸ ਦੇ ਉੱਤੇ ਇਹ ਪਹਿਲਾਂ ਹੀ ਸ਼ੁਰੂ ਵੀ ਕੀਤੀ ਜਾ ਚੁੱਕੀ ਹੈ। ਹੋਲ ਫੂਡਸ ਦੇ ਗ੍ਰਾਹਕ ਜੋ ਹੱਥ ਦੇ ਨਾਲ ਪੇਮੈਂਟ ਕਰਨ ਦੀ ਚੋਣ ਕਰਦੇ ਨੇ ਉਹਨਾਂ ਨੂੰ ਆਪਣਾ ਫੋਨ ਜਾਂ ਵਾਲਟ ਨਾਲ ਰੱਖਣ ਦੀ ਹੁਣ ਲੋੜ ਨਹੀਂ ਪਵੇਗੀ। Amazon One ਡਿਵਾਈਸ ਦੇ ਉੱਤੇ ਸਿਰਫ ਉਹਨਾਂ ਨੇ ਆਪਣੇ ਹੱਥ ਨੂੰ ਸਕੈਨ ਕਰਨਾ ਹੈ ਤੇ ਪੇਮੈਂਟ ਹੋ ਜਾਵੇਗੀ ਜਿਸ ਦੇ ਨਾਲ ਕਸਟਮਰ ਸਰਵਿਸ ਨੂੰ ਪਹਿਲਾਂ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਜਾਣਕਾਰੀ ਦੇਣੀ ਹੈ ਤੇ ਜਿਵੇਂ ਫਿੰਗਰਪ੍ਰਿੰਟ ਹੁੰਦੇ ਨੇ ਉਸੇ ਤਰ੍ਹਾਂ ਪਾਮ ਯਾਨੀ ਕਿ ਹਥੇਲੀ ਦਾ ਪ੍ਰਿੰਟ ਦੇਣਾ ਹੁੰਦਾ ਹੈ ਇੱਕ ਵਾਰ। ਫਿਰ ਉਸ ਤੋਂ ਬਾਅਦ ਹਰ ਵਾਰ ਹੋਲ ਫੂਡਸ ਦੇ ਉੱਤੇ ਹੱਥ ਸਕੈਨ ਕਰਨ ਦੇ ਨਾਲ ਹੀ ਪੇ ਕੀਤਾ ਜਾ ਸਕੇਗਾ। ਜਿਵੇਂ ਕਿ ਇਹ ਬਾਇਓਮੈਟ੍ਰਿਕ ਡਾਟਾ ਹੈ
ਤਾਂ ਕਈ ਮਾਹਰਾਂ ਦੇ ਵੱਲੋਂ ਇਸ ਦੇ ਉੱਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ ਹੈ ਕਿ ਵਿਅਕਤੀਆਂ ਦੀ ਨਿੱਜੀ ਜਾਣਕਾਰੀ ਇਸ ਦੇ ਨਾਲ ਖਤਰੇ ਵਿੱਚ ਪੈ ਸਕਦੀ ਹੈ। ਸਾਲ 2021 ਵਿੱਚ ਅਮਰੀਕਾ ਦੇ 3 ਸੈਨੇਟਰ ਐਮਾਜ਼ਨ ਨੂੰ ਇਸ ਤਕਨੀਕ ਦੇ ਬਾਰੇ ਸਵਾਲ ਵੀ ਕਰ ਚੁੱਕੇ ਨੇ ਕਿ ਉਹ ਗ੍ਰਾਹਕਾਂ ਦੀ ਨਿੱਜੀ ਜਾਣਕਾਰੀ ਦੀ ਨਿੱਜਤਾ ਨੂੰ ਕਿਵੇਂ ਸਥਾਈ ਬਣਾਉਣਗੇ, ਜਿਸ ਦੇ ਵਿੱਚ ਰਾਜਨੀਤਿਕ ਆਗੂਆਂ ਨੇ ਸਵਾਲ ਕੀਤੇ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਬਾਇਓਮੈਟ੍ਰਿਕ ਡਾਟਾ ਇਕੱਠਾ ਕਰਨਾ ਐਮਾਜ਼ਨ ਵਨ ਰਾਹੀਂ ਗੰਭੀਰ ਸਵਾਲ ਹੈ। ਇਸ ਦੇ ਉੱਤੇ ਕਈ ਤਰ੍ਹਾਂ ਦੇ ਹੋਰ ਸਵਾਲ ਚੁੱਕੇ ਜਾ ਰਹੇ ਨੇ, ਜਿਸ ਦੇ ਬਾਰੇ ਐਮਾਜ਼ਨ ਕੰਪਨੀ ਦਾ ਦਾਅਵਾ ਹੈ ਕਿ ਇਹ ਜਾਣਕਾਰੀ ਐਮਾਜ਼ਨ ਵੈਬ ਸਰਵਿਸਿਜ਼ ਕਲਾਊਡ ਤਹਿਤ ਸੁਰੱਖਿਆ ਰੱਖੀ ਜਾਵੇਗੀ ਤੇ ਕਿਸੇ ਵੀ ਤੀਜੀ ਧਿਰ ਦੇ ਨਾਲ ਇਹ ਡਾਟਾ ਸਾਂਝਾ ਨਹੀਂ ਕੀਤਾ ਜਾਵੇਗਾ। ਐਮਾਜ਼ਨ ਨੇ ਜਦੋਂ ਇਸ ਤਕਨੀਕ ਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਹੈ ਤਾਂ ਉਸ ਦੇ ਵਿੱਚ ਸਿਰਫ ਸਟੋਰਸ ਦੇ ਉੱਤੇ ਗਰੋਸਰੀ ਦੇ ਲਈ ਪੇਮੈਂਟ ਲਈ ਹੀ ਨਹੀਂ, ਸਗੋਂ ਰੇਲਵੇ ਸਟੇਸ਼ਨ, ਦਫ਼ਤਰ, ਕਿਤੇ ਭੋਜਨ ਖਰੀਦਣਾ ਹੈ ਜਾਂ ਫਿਰ ਕੋਈ ਹੋਰ ਸਮਾਨ ਖਰੀਦਣਾ ਹੈ, ਯਾਨੀ ਕਿ ਕਿਤੇ ਵੀ ਹੋਰ ਸਰਵਿਸਿਜ਼ ਦੇ ਲਈ ਸਿਰਫ ਹੱਥ ਸਕੈਨ ਕਰਨ ਦੇ ਫਾਇਦੇ ਦੱਸੇ ਗਏ ਨੇ ਜੋ ਵਿਗਿਆਪਨ ਸਾਂਝਾ ਕੀਤਾ ਗਿਆ ਹੈ। ਯਾਨੀ ਕਿ ਇਹ ਤਕਨੀਕ ਸਿਰਫ ਹੋਲ ਫੂਡਸ ਦੇ ਉੱਤੇ ਹੀ ਸੀਮਤ ਨਹੀਂ ਰਹਿਣ ਵਾਲੀ। ਭਵਿੱਖ ਦੇ ਵਿੱਚ ਸਰਕਾਰਾਂ ਵੀ ਅਧਿਕਾਰਤ ਤੌਰ ਦੇ ਉੱਤੇ ਇਸ ਤਕਨੀਕ ਨੂੰ ਵਰਤੋਂ ਵਿੱਚ ਲਿਆ ਸਕਦੀਆਂ ਨੇ, ਜਿਸ ਦੇ ਨਾਲ ਮਨੁੱਖਾਂ ਨੂੰ ਕਿਤੇ ਵੀ ਜਾਣ ਦੇ ਲਈ ਕਿਸੇ ਵੀ ਕਾਰਡ, ਆਈਡੀ ਜਾਂ ਫੋਨ ਦੀ ਨਹੀਂ, ਸਗੋਂ ਸਿਰਫ ਆਪਣੀ ਹੀ ਲੋੜ ਪਵੇਗੀ। ਹੱਥ ਸਕੈਨ ਕਰਨ ਦੇ ਨਾਲ ਹੀ ਉਹਨਾਂ ਦੀ ਸਾਰੀ ਜਾਣਕਾਰੀ ਸਾਹਮਣੇ ਆ ਜਾਇਆ ਕਰੇਗੀ। ਜਿਵੇਂ ਕਿ ਇਹ ਤਾਂ ਸ਼ੁਰੂ ਤੋਂ ਹੀ ਚੱਲਦਾ ਆਇਆ ਕਿ ਜਿਵੇਂ ਤਕਨੀਕ ਨੇ ਜ਼ਿੰਦਗੀ ਦੇ ਵਿੱਚ ਕਈ ਕੰਮ ਸੁਖਾਲੇ ਕੀਤੇ ਨੇ, ਤਾਂ ਤਕਨੀਕ ਨੇ ਹੀ ਮਨੁੱਖੀ ਜੀਵਨ ਵਿੱਚ ਕਈ ਵੱਡੇ ਨੁਕਸਾਨ ਵੀ ਕੀਤੇ ਨੇ। ਜੇਕਰ ਇਸ ਦਾ ਕੋਈ ਫਾਇਦਾ ਹੈ ਕਿ ਨਾਲ ਕੋਈ ਹੋਰ ਸਮਾਨ ਚੁੱਕਣ ਦੀ ਲੋੜ ਨਹੀਂ ਪਵੇਗੀ, ਤਾਂ ਇਸ ਦੇ ਕਈ ਨੁਕਸਾਨ ਵੀ ਨੇ, ਜਿਸ ਦੇ ਬਾਰੇ ਮਾਹਰਾਂ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਅੱਜ ਦੇ ਖਬਰਾਂ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।